ਸਾਰਿਆਂ ਨੂੰ ਸਤਿ ਸ੍ਰੀ ਅਕਾਲ। ਸਵਾਗਤ ਹੈ ਤੁਹਾਡਾ ਸੰਦੀਪ ਸਿੰਘ ਕਲਾਸਿਸ ਦੇ ਵਿੱਚ। ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਸਾਇੰਸ ਪੈਡਾਗੋਜੀ ਔਰ ਈਵੀਐਸ ਪੈਡਾਗੋਜੀ ਜੋ ਕਿ ਮਿਕਸਅਪ ਹੀ ਹੈ, ਆਪਾਂ ਉਸ ਦੇ ਬਾਰੇ ਅੱਜ ਇਸ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ। ਠੀਕ ਹੈ, ਇਸ ਤੋਂ ਪਹਿਲਾਂ ਕਿ ਆਪਾਂ ਵੀਡੀਓ ਦੀ ਸ਼ੁਰੂਆਤ ਕਰੀਏ, ਜੋ ਵੀ ਇਸ ਚੈਨਲ ਤੇ ਨਵੇਂ ਆਏ ਨੇ ਉਹ ਚੈਨਲ ਨੂੰ ਸਬਸਕ੍ਰਾਈਬ, ਲਾਈਕ ਔਰ ਸ਼ੇਅਰ ਜ਼ਰੂਰ ਕਰਿਓ। ਬੈਲ ਆਈਕਨ ਵੀ ਜ਼ਰੂਰ ਪ੍ਰੈਸ ਕਰਿਓ ਤਾਂ ਕਿ ਆਉਣ ਵਾਲੀਆਂ ਵੀਡੀਓਜ਼ ਦੀ ਜਿਹੜੀ ਜਾਣਕਾਰੀ ਹੈ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ। ਸੋ ਆਪਾਂ ਹੁਣ ਵੀਡੀਓ ਦੀ ਸ਼ੁਰੂਆਤ ਕਰਦੇ ਹਾਂ। ਦੇਖੋ ਇਹਦੇ ਵਿੱਚ ਆਪਾਂ ਦੇਖੋ ਸਾਇੰਸ ਔਰ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਹਨਾ, ਸਾਇੰਸ ਔਰ ਈਵੀਐਸ ਹਨਾ। ਈਵੀਐਸ ਜਿਵੇਂ ਕਿ ਫਸਟ ਪੇਪਰ ਚ ਆਉਂਦੀ ਹੈ, ਠੀਕ ਹੈ ਜੀ, ਔਰ ਸਾਇੰਸ ਜਿਹੜੀ ਹੈ ਪੇਪਰ 2 ਚ ਆਉਂਦੀ ਹੈ। ਪਰ ਇਹਨਾਂ ਦੀ ਜਿਹੜੀ ਮਤਲਬ ਜਿਹੜੀ ਪੈਡਾਗੋਜੀ ਹੁੰਦੀ ਹੈ ਉਹ ਤਕਰੀਬਨ ਸੇਮ ਹੀ ਹੁੰਦੀ ਹੈ ਹਨਾ, ਥੋੜਾ ਬਹੁਤਾ ਫਰਕ ਹੁੰਦਾ ਹੈ। ਸੋ ਠੀਕ ਹੈ, ਸੋ ਆਪਾਂ ਨੂੰ ਮਤਲਬ ਜ਼ਿਆਦਾ ਚੀਜ਼ਾਂ ਬਾਰੇ ਨੌਲੇਜ ਹੋਵੇਗੀ ਤਾਂ ਉਹਦਾ ਸਾਡਾ ਹੀ ਫਾਇਦਾ ਹੈ ਹਨਾ। ਸੋ ਆਪਾਂ ਇਸ ਲਈ ਆਪਾਂ ਇਹਨੂੰ ਕਹਿ ਸਕਦੇ ਹਾਂ ਕਿ ਇਹ ਦੋਨੋਂ ਪੇਪਰਾਂ ਲਈ ਜਿਹੜਾ ਹੈ ਵਧੀਆ, ਕਿਉਂਕਿ ਕੁਝ ਟਰਮਸ ਐਦਾਂ ਹੁੰਦੀਆਂ ਨੇ ਜੋ ਕਿ ਪੇਪਰ 2 ਦੇ ਵਿੱਚ ਵੀ ਯੂਜ਼ ਹੁੰਦੀਆਂ ਨੇ ਹਨਾ। ਸੋ ਆਪਾਂ ਉਸ ਨੂੰ ਧਿਆਨ ਦੇ ਵਿੱਚ ਰੱਖ ਕੇ ਆਪਾਂ ਇਹ ਕਰਾਂਗੇ, ਠੀਕ ਹੈ ਜੀ। ਸੋ ਦੇਖੋ ਇਹਦੇ ਵਿੱਚ ਜਿਹੜਾ ਸਭ ਤੋਂ ਪਹਿਲਾਂ ਆਉਂਦਾ ਹੈ ਜੀ ਉਹ ਹੈ ਪ੍ਰਿੰਸੀਪਲ ਆਫ ਟੀਚਿੰਗ। ਠੀਕ ਹੈ, ਪ੍ਰਿੰਸੀਪਲ ਆਫ ਟੀਚਿੰਗ। ਦੇਖੋ ਚੀਫ ਪ੍ਰਿੰਸੀਪਲ ਆਫ ਟੀਚਿੰਗ ਆਰ ਫੋਲੋਇੰਗ ਐਜ਼, ਠੀਕ ਹੈ। ਜਿਹਦੇ ਵਿੱਚ ਤੁਸੀਂ ਸਭ ਤੋਂ ਪਹਿਲਾਂ ਜਿਹੜੀ ਪੜੋਗੇ ਉਹ ਹੈ ਜੀ ਪ੍ਰਿੰਸੀਪਲ ਆਫ ਐਕਟੀਵਿਟੀ। ਦੇਖੋ ਇਹਦੇ ਵਿੱਚ ਉਹ ਕੀ ਕਹਿ ਰਿਹਾ ਆ ਪ੍ਰਿੰਸੀਪਲ ਐਕਟੀਵਿਟੀ ਦੇ ਵਿੱਚ, ਕਹਿੰਦਾ ਹੈ ਜੀ ਦਾ ਚੀਫ ਆਬਜੈਕਟਿਵ ਆਫ ਦਿਸ ਪ੍ਰਿੰਸੀਪਲ ਇਜ਼ ਲਰਨਿੰਗ ਬਾਈ ਡੂਇੰਗ। ਠੀਕ ਹੈ, ਇਹ ਇਹਦੇ ਵਿੱਚ ਇੰਪੋਰਟੈਂਟ ਚੀਜ਼ ਹੈ ਕਿ ਜਿਹੜਾ ਆਪਾਂ ਪ੍ਰਿੰਸੀਪਲ ਆਫ ਐਕਟੀਵਿਟੀ ਮਤਲਬ ਹੁੰਦਾ ਕਿ ਕੋਈ ਵੀ ਐਕਟੀਵਿਟੀ ਮਤਲਬ ਅਸੀਂ ਪਰਫਾਰਮ ਕਰ ਰਹੇ ਹਾਂ ਉਹਦੇ ਵਿੱਚ ਮਤਲਬ ਬੱਚਾ ਪੂਰੀ ਤਰ੍ਹਾਂ ਐਕਟਿਵ ਹੁੰਦਾ ਹੈ ਹਨਾ। ਮਤਲਬ ਜਿਵੇਂ ਕਿ ਇਹਦਾ ਮਤਲਬ ਹੈ ਲਰਨਿੰਗ ਬਾਈ ਡੂਇੰਗ। ਜਦੋਂ ਬੱਚਾ ਸਿੱਖਦਾ ਆ, ਉਹ ਲਰਨਿੰਗ ਬੱਚਾ ਕਿਵੇਂ ਸਿੱਖਦਾ ਹੈ, ਜਦੋਂ ਬੱਚਾ ਆਪ ਕੁਝ ਕਰਦਾ ਆ ਹਨਾ। ਸੋ ਇਹਦਾ ਮਤਲਬ ਇਹੀ ਹੈ, ਲਿਖਿਆ ਹੈ ਨਾ, ਜੇ ਵੈਨ ਅ ਲਰਨਰ ਲਰਨਸ ਸਮਥਿੰਗ ਬਾਈ ਡੂਇੰਗ ਦੈਨ ਹਿਜ਼ ਔਰ ਹਰ ਲਰਨਿੰਗ ਬਿਕਮਸ ਪਰਮਾਨੈਂਟ। ਕਿਉਂਕਿ ਬੱਚਾ ਜਦੋਂ ਆਪ ਹੱਥੀਂ ਕੋਈ ਕੰਮ ਕਰਦਾ, ਜਿਵੇਂ ਕਿ ਸਾਡੇ ਵੀ ਘਰ ਦੇ ਵਿੱਚ ਜਿਵੇਂ ਕੋਈ ਕਹਿੰਦੇ ਆ ਕਿ ਅਸੀਂ ਕਈ ਵਾਰ ਚੀਜ਼ਾਂ ਸੁਣਦੇ ਰਹਿੰਦੇ ਆ ਨਾ, ਮਤਲਬ ਥਿਊਰੀ ਸੁਣਦੇ ਰਹਿੰਦੇ ਆ, ਪਰ ਪ੍ਰੈਕਟੀਕਲ ਜਦੋਂ ਕਰਦੇ ਆ ਫਿਰ ਸਾਨੂੰ ਕਈ ਵਾਰ ਮੁਸ਼ਕਲ ਆਉਂਦੀ ਹੈ ਹਨਾ। ਇਸ ਲਈ ਮਤਲਬ ਕਹਿੰਦੇ ਆ ਕਿ ਜਦੋਂ ਤੁਸੀਂ ਹੱਥੀਂ ਕੰਮ ਕਰਦੇ ਆ ਤੇ ਸਾਨੂੰ ਤਾਂ ਹੀ ਪਤਾ ਲੱਗਦਾ ਹਨਾ। ਸੋ ਉਹ ਤਾਂ ਹੀ ਹੈ ਕਿ ਜਦੋਂ ਅਸੀਂ ਆਪਣੇ ਹੱਥੀਂ ਕੋਈ ਕੰਮ ਕਰਦੇ ਆ ਤੇ ਅਸੀਂ ਉਹਦੇ ਵਿੱਚੋਂ ਫਿਰ ਕੁਝ ਸਿੱਖਦੇ ਆ, ਤੇ ਜਦੋਂ ਉਹ ਚੀਜ਼ ਸਿੱਖਦੇ ਆ ਤੇ ਉਹ ਸਾਡੇ ਜਿਹੜੀ ਦਿਮਾਗ ਦੇ ਵਿੱਚ ਜਿਹੜੀ ਹੈ ਪਰਮਾਨੈਂਟ ਜਿਹੜੀ ਉਹ ਬੈਠ ਜਾਂਦੀ ਹੈ ਹਨਾ। ਸੋ ਮਤਲਬ ਇਹ ਅਸੀਂ ਸਿੱਖਦੇ ਆ, ਠੀਕ ਹੈ। ਇਹ ਪ੍ਰਿੰਸੀਪਲ ਆਫ ਐਕਟੀਵਿਟੀ ਆ, ਮਤਲਬ ਲਰਨਿੰਗ ਜਿਹੜਾ ਆ ਆਪਾਂ ਮਤਲਬ ਐਕਟੀਵਿਟੀ ਦੇ ਥਰੂ ਸਿੱਖਦੇ ਆ ਬਾਈ ਡੂਇੰਗ। This principle encourages real observation. It develops among the learners critical and problem-solving skills. Doing more activities means gaining more knowledge. So ਜਿੰਨੀ ਅਸੀਂ activities ਕਰਾਂਗੇ ਉਹਦਾ ਮਤਲਬ ਇਹ ਹੈ ਕਿ ਅਸੀਂ ਉਨੀ ਜ਼ਿਆਦਾ ਹੀ ਜਿਹੜੀ knowledge ਹੈ ਅਸੀਂ ਉਨੀ gain ਕਰਾਂਗੇ, ਠੀਕ ਹੈ ਜੀ। ਜਿਵੇਂ ਅੱਗੇ ਵੀ ਇਹਨਾਂ ਨੇ ਇੱਕ ਦੱਸਿਆ ਹੋਇਆ ਥੋੜਾ ਕਿ ਲਰਨਰਸ ਸ਼ੁੱਡ ਬੀ ਮੋਟੀਵੇਟਿਡ ਟੂ ਡੂ ਮੋਰ ਐਕਟੀਵਿਟੀਜ਼। ਉਹਨਾਂ ਨੂੰ ਬੱਚਿਆਂ ਨੂੰ ਜਿਹੜੇ ਲਰਨਰਸ ਨੇ ਉਹਨਾਂ ਨੂੰ ਮੋਟੀਵੇਟਿਡ ਕਰਨਾ ਚਾਹੀਦਾ ਆ ਟੀਚਰਸ ਦੇ ਦੁਆਰਾ, ਅਗਰ ਉਹ ਘਰ 'ਚ ਨੇ ਤਾਂ ਪੇਰੈਂਟਸ ਦੇ ਦੁਆਰਾ, ਤਾਂ ਕਿ ਉਹ ਹੋਰ ਐਕਟੀਵਿਟੀਜ਼ ਪਰਫਾਰਮ ਕਰਨ, ਠੀਕ ਹੈ। ਉਹਨਾਂ ਲਈ ਡਿਵੈਲਪਮੈਂਟ ਲਈ ਵੀ ਬਹੁਤ ਵਧੀਆ ਹੈ। ਵਾਈਲ ਟੀਚਿੰਗ ਅਬਾਊਟ ਪਲੈਨਟ ਲਰਨਰਸ ਮੇ ਬੀ ਆਸਕਡ ਟੂ ਅਬਜ਼ਰਵ ਮੋਰ ਐਂਡ ਮੋਰ ਪਲਾਂਟਸ। ਠੀਕ ਹੈ, ਵਾਈਲ ਟੀਚਿੰਗ ਪਲਾਂਟ ਸੀਗਾ। ਵਾਈਲ ਟੀਚਿੰਗ ਅਬਾਊਟ ਪਲਾਂਟ learners may be asked to observe more and more plants। ਠੀਕ ਹੈ ਜੀ, ਮਤਲਬ ਇਹਦੇ ਵਿੱਚ ਦੇਖੋ ਕਿ observe ਕਰਨਗੇ ਬੱਚੇ। observe ਕਦੋਂ ਕਰਨਗੇ, ਜਦੋਂ ਬੱਚੇ ਆਪ ਕਹਿ ਲਓ ਕਿਸੇ ਬਗੀਚੇ ਦੇ ਵਿੱਚ ਜਾਂ ਕਿਸੇ ਆਪਾਂ ਕਹਿ ਸਕਦੇ ਹਾਂ ਜਿੱਥੇ ਬਹੁਤ ਜ਼ਿਆਦਾ ਪਲਾਂਟਸ ਉੱਗੇ ਹੋਣ ਹਨਾ। ਮਤਲਬ ਜਦੋਂ ਬੱਚੇ ਉੱਥੇ ਜਾਣਗੇ ਤਾਂ ਬੱਚੇ ਆਪ ਮਤਲਬ ਦੇਖਣਗੇ, ਬੱਚੇ ਪਲਾਂਟਸ ਨੂੰ ਛੂਹ ਕੇ ਦੇਖਣਗੇ ਤਾਂ ਬੱਚੇ ਜ਼ਿਆਦਾ ਸਿੱਖਣਗੇ, ਠੀਕ ਹੈ। ਦਿਸ ਪ੍ਰਿੰਸੀਪਲ ਪ੍ਰੋਵਾਈਡਸ ਡਾਇਰੈਕਟ ਐਕਸਪੀਰੀਐਂਸਿਸ ਵਿਚ ਮੇਕਸ ਲਰਨਿੰਗ ਐਕਟਿਵ ਐਂਡ ਫਰੂਟਫੁਲ। ਠੀਕ ਹੈ ਜੀ। ਸੋ ਦੇਖੋ ਇਹਦੇ ਵਿੱਚ ਮੇਨ ਇਹੀ ਸੀਗਾ। ਇਸ ਲਈ ਇਹ ਕਹਿ ਰਹੇ ਕਿ ਤੁਹਾਨੂੰ ਇਹਦਾ ਕੁਐਸਚਨ ਆ ਸਕਦਾ ਪੇਪਰ ਫਸਟ ਦੇ ਵਿੱਚ ਕਿ ਇਨਵਾਇਰਮੈਂਟ ਜਿਹੜੇ ਆ ਉਹ ਕਿਹੜੀ ਐਕਟੀਵਿਟੀ ਤੇ ਬੇਸਡ ਆ। ਮਤਲਬ ਜੇ ਐਕਟੀਵਿਟੀ ਨਹੀਂ ਕਹਿਣਗੇ, ਜੋ ਕਹਿਣਗੇ ਕਿ ਕਿਹੜੀ ਪ੍ਰਿੰਸੀਪਲ ਆਫ ਲਰਨਿੰਗ ਤੇ ਬੇਸਡ ਆ। ਸੋ ਜਿਹੜੀ ਇਨਵਾਇਰਮੈਂਟ ਟੀਚਿੰਗ ਆ ਉਹ ਕਿਹਦੇ ਤੇ ਬੇਸਡ ਆ, ਐਕਟੀਵਿਟੀ ਬੇਸਡ ਜਿਹੜੀ ਹੈ ਉਹ, ਠੀਕ ਹੈ। ਸੋ ਐਕਟੀਵਿਟੀ ਬੇਸਡ ਜਿਹੜੀ ਲਰਨਿੰਗ ਆ। ਸੋ ਦੂਸਰੀ ਆ ਜਾਂਦੀ ਆ ਜੀ, ਸੈਕਿੰਡ ਆ ਜਾਂਦੀ ਆ ਕਿ ਪ੍ਰਿੰਸੀਪਲ ਆਫ ਇੰਟਰਸਟ। ਠੀਕ ਹੈ, ਇਹਦੇ ਵਿੱਚ ਦੇਖੋ ਕੀ ਕਹਿੰਦਾ, ਉਹ ਕਹਿੰਦਾ ਆ ਕਿ ਦਾ ਚੀਫ ਏਮ ਆਫ ਦਿਸ ਪ੍ਰਿੰਸੀਪਲ ਇਜ਼ ਟੂ ਕ੍ਰੀਏਟ ਇੰਟਰਸਟ
curiosity among the learner for learning। ਦੇਖੋ ਇਹਦਾ ਜਿਹੜਾ ਮੇਨ ਜਿਹੜਾ ਮਕਸਦ ਹੈ ਪ੍ਰਿੰਸੀਪਲ ਆਫ ਜਿਹੜਾ ਇੰਟਰਸਟ ਹੈ ਉਹਦਾ ਕੀ ਆ ਕਿ ਬੱਚਿਆਂ ਦੇ ਅੰਦਰ ਜਿਹੜਾ ਇੰਟਰਸਟ ਪੈਦਾ ਕਰਨਾ, ਬੱਚੇ ਦੇ ਅੰਦਰ ਕਿਉਰਿਓਸਿਟੀ ਲੈ ਕੇ ਆਉਣਾ। ਬੱਚਿਆਂ ਦੇ ਅਗਰ ਕਿਉਰਿਓਸਿਟੀ ਅੰਦਰ ਆਵੇਗੀ ਤਾਂ ਬੱਚੇ ਇੰਟਰਸਟ ਆਟੋਮੈਟਿਕਲੀ ਲੈਣਗੇ। The subject matter of the environment should be interest oriented। ਠੀਕ ਹੈ, ਕਹਿੰਦੇ ਕਿ ਦਾ ਜਿਹੜਾ ਸਬਜੈਕਟ ਮੈਟਰ ਆਫ ਦਾ ਇਨਵਾਇਰਮੈਂਟ ਹੈ, ਜਿਹੜਾ ਇਨਵਾਇਰਮੈਂਟ ਦਾ ਜਿਹੜਾ ਸਬਜੈਕਟ ਆ ਉਹਦਾ ਜਿਹੜਾ ਮੈਟਰ ਹੈ ਉਹ ਮੇਨ ਉਹਦੇ ਵਿੱਚ ਕੀ ਹੈ ਕਿ ਉਹ ਇੰਟਰਸਟਿਡ ਹੋਣਾ ਚਾਹੀਦਾ ਆ, ਇੰਟਰਸਟ ਓਰੀਐਂਟਡ ਹੋਣਾ ਚਾਹੀਦਾ, ਤਾਂ ਹੀ ਬੱਚੇ ਦੇ ਵਿੱਚ ਇੰਟਰਸਟ ਲੈਣਗੇ। ਠੀਕ ਹੈ, ਇਨਕਲੂਜਨ ਆਫ ਸਟੋਰੀਜ਼, ਪੋਇਮਸ ਐਂਡ ਪਜ਼ਲਸ ਐਟਸੈਕਟਰਾ। ਠੀਕ ਹੈ, ਜਿਵੇਂ ਕਿ ਸਟੋਰੀਜ਼ ਦੇ ਨਾਲ ਬੱਚਿਆਂ ਨੂੰ ਕੋਈ ਚੀਜ਼ਾਂ ਸਿਖਾਉਣੀਆਂ ਹਨਾ, ਉਹ ਮਤਲਬ ਇਹ ਚੀਜ਼ਾਂ ਜਿਹੜੀਆਂ ਹੋਣੀਆਂ ਚਾਹੀਦੀਆਂ ਹੈ। ਠੀਕ ਹੈ ਜੀ, ਮੇਕਸ ਦਾ ਸਬਜੈਕਟ ਮੈਟਰ ਆਫ ਈਵੀਐਸ ਇੰਟਰਸਟਿੰਗ। ਠੀਕ ਹੈ, ਦਿਸ ਨਾਟ ਓਨਲੀ ਐਂਟਰਟੇਨ ਦਾ ਲਰਨਰਸ ਬਟ ਆਲਸੋ ਕ੍ਰੀਏਟ ਇਮੈਜੀਨੇਸ਼ਨ ਐਂਡ ਕ੍ਰੀਏਟੀਵਿਟੀ ਅਮੰਗ ਦਾ ਲਰਨਰਸ। ਠੀਕ ਹੈ ਜੀ, ਸੋ ਇਸ ਤੋਂ ਅਗਲਾ ਇੱਕ ਪ੍ਰਿੰਸੀਪਲ ਜਿਹੜਾ ਆਉਂਦਾ ਹੈ ਸਭ ਤੋਂ ਇੰਪੋਰਟੈਂਟ ਹੈ। ਠੀਕ ਹੈ ਜੀ, ਉਹ ਹੈ ਜੀ ਪ੍ਰਿੰਸੀਪਲ ਆਫ ਮੋਟੀਵੇਸ਼ਨ। ਠੀਕ ਹੈ, ਕਿਸੇ ਨੂੰ ਮੋਟੀਵੇਟ ਕਰਨ ਦਾ ਜਿਹੜਾ ਸਿਧਾਂਤ ਹੈ, ਠੀਕ ਹੈ, ਉਹ ਜਿਹੜਾ ਇਹਦੇ ਵਿੱਚ ਬਹੁਤ ਇੰਪੋਰਟੈਂਟ ਹੈ। ਦੇਖੋ ਇਹਦੇ ਵਿੱਚ ਕੀ ਹੈ, ਕਹਿੰਦਾ ਕਿ ਮੋਟੀਵੇਸ਼ਨ ਇਜ਼ ਦਾ ਸੈਂਟਰਲ ਪੁਆਇੰਟ ਆਫ ਲਰਨਿੰਗ। ਜਿਹੜਾ ਮੋਟੀਵੇਸ਼ਨ ਹੈ ਇੱਕ ਸੈਂਟਰਲ ਪੁਆਇੰਟ ਆਫ ਲਰਨਿੰਗ ਆ। ਮੋਟੀਵੇਸ਼ਨ ਮੇਕਸ ਦਾ ਲਰਨਿੰਗ ਏਮ ਓਰੀਐਂਟਡ। ਜਿਹੜਾ ਮੋਟੀਵੇਸ਼ਨ ਆ ਮੇਕਸ ਦਾ ਲਰਨਿੰਗ, ਉਹ ਲਰਨਿੰਗ ਨੂੰ ਇੱਕ ਏਮ ਦਿੰਦਾ ਆ ਕਿ ਸਾਡਾ ਏਮ ਕੀ ਹੈ। ਜੇਕਰ ਕੋਈ ਬੱਚਾ ਪੜ੍ਹ ਰਿਹਾ ਆ ਤੇ ਉਹਦਾ ਕੋਈ ਇੱਕ ਏਮ ਹੋਏਗਾ ਹਨਾ। ਸੋ ਮੋਟੀਵੇਸ਼ਨ ਜਿਹੜਾ ਕੀ ਆ ਸਾਨੂੰ ਕਿ ਉਹ ਏਮ ਵੱਲ ਜਿਹੜਾ ਆ ਸਾਨੂੰ ਅਸੀਂ ਰੀਇਨਫੋਰਸਮੈਂਟ ਸਾਨੂੰ ਮਿਲਦੀ ਹੈ ਉਹਦੇ ਨਾਲ। ਠੀਕ ਹੈ, ਅਸੀਂ ਮਤਲਬ ਸਾਡੇ ਕੋਈ ਗੋਲ ਹੁੰਦਾ ਆ, ਜਦੋਂ ਸਾਨੂੰ ਕੋਈ ਮੋਟੀਵੇਟ ਕਰਦਾ ਹੈ ਤੇ ਸਾਡੀ ਉਹ ਜਿਹੜੀ ਗੋਲ ਦੇ ਵੱਲ ਜਾਣ ਦੀ ਜਿਹੜੀ ਸਾਡੇ ਅੰਦਰ ਇੱਕ ਕਿਉਰਿਓਸਿਟੀ ਹੈ, ਇੱਕ ਸਾਡੇ ਅੰਦਰ ਚਾਹ ਆ, ਠੀਕ ਹੈ, ਉਹਨੂੰ ਜਿਹੜਾ ਇੱਕ ਪੁਸ਼ ਮਿਲਦਾ ਆ। ਠੀਕ ਹੈ, motivation provides a learner inner force। ठीक है, देखो inner force, ठीक है, which makes a learner to work continuously। ਠੀਕ ਹੈ, ਮੋਟੀਵੇਸ਼ਨ ਦੇ ਨਾਲ ਇੱਕ ਇਨਰ ਫੋਰਸ ਜਿਹੜੀ ਹੈ ਸਾਡੇ ਅੰਦਰ ਹੈ, ਉਹਨੂੰ ਇੱਕ ਪੁਸ਼ ਮਿਲਦਾ ਹੈ ਤਾਂ ਕਿ ਉਹ ਜਿਹੜਾ ਕੰਮ ਫਿਰ ਲਗਾਤਾਰ ਤੇ ਉਹ ਬੜੇ ਹੀ ਜਿਹੜੇ ਆ ਕੌਨਸ਼ੀਅਸ ਹੋ ਕੇ ਕੰਮ ਹੈ, ਕੌਨਸੈਂਟਰੇਟ ਨਾਲ ਜਿਹੜਾ ਕੰਮ ਕਰਦਾ ਹੈ। A learner develops interest for learning and thus develops moral and cultural values। ਠੀਕ ਹੈ ਜੀ, ਸੋ ਅੱਗੇ ਆ ਜਾਂਦਾ ਦੇਖੋ ਜੀ ਪ੍ਰਿੰਸੀਪਲ ਆਫ ਪਲੈਨਿੰਗ। This principle states that before teaching, a learning plan should be constituted, keeping in view the capacity, ability of the learners। This should include, ਠੀਕ ਹੈ, ਦੇਖੋ ਹੁਣ ਪਲੈਨਿੰਗ ਆ ਕਿ ਪਲੈਨਿੰਗ ਦਾ ਸਿਧਾਂਤ ਜਿਹੜਾ ਆ, ਠੀਕ ਹੈ, ਮਤਲਬ ਕਿ ਆਪਾਂ ਨੂੰ ਆਰਗੇਨਾਈਜ਼ ਵੀ ਕਹਿ ਸਕਦੇ ਹਾਂ ਹਨਾ, ਮਤਲਬ ਕਿ ਪਲਾਨ ਕਿਵੇਂ ਕਰਨਾ। ਕਹਿੰਦੇ ਕਿ ਦਿਸ ਪ੍ਰਿੰਸੀਪਲ ਸਟੇਟ ਦੈਟ ਬਿਫੋਰ ਟੀਚਿੰਗ, ਦੇਖੋ ਬਿਫੋਰ ਟੀਚਿੰਗ ਆ ਮਤਲਬ ਪੜ੍ਹਾਉਣ ਤੋਂ ਪਹਿਲਾਂ, ਕਲਾਸ 'ਚ ਜਾਣ ਤੋਂ ਪਹਿਲਾਂ। A learning plan should be constituted keeping in the view of the capacity, ability of the learner। This should include analysis of work, identification of teaching objectives ਜਾਂ determining learning objectives। ਮਤਲਬ ਇੱਕ ਟੀਚਰ ਨੂੰ, ਜਿਵੇਂ ਕਿ ਅਸੀਂ ਬੀਐਡ ਦੇ ਵਿੱਚ ਵੀ ਪੜ੍ਹਦੇ ਹਾਂ, ਕਿ ਕਲਾਸ ਦੇ ਵਿੱਚ ਜਾਣ ਤੋਂ ਪਹਿਲਾਂ ਮਤਲਬ ਕੀ ਪਲਾਨ ਹੋਣਾ ਚਾਹੀਦਾ ਹੈ, ਸਾਡੇ ਕੀ ਟੀਚਿੰਗ ਜੋ ਅਸੀਂ ਪੜ੍ਹਾਉਣਾ ਆ ਉਹਦੇ ਜਿਹੜੇ ਉਦੇਸ਼ ਕੀ ਹੋਣੇ ਚਾਹੀਦੇ, ਓਬਜੈਕਟਿਵਸ ਉਹਦੇ ਕੀ ਹੋਣੇ ਚਾਹੀਦੇ। ਠੀਕ ਹੈ, ਉਹਦੇ ਵੱਲ ਸਾਨੂੰ ਜਿਹੜਾ ਹੈ ਧਿਆਨ ਜਿਹੜਾ ਦੇਣਾ ਪੈਂਦਾ ਹੈ। ਠੀਕ ਹੈ ਜੀ, ਸੋ ਉਸ ਤੋਂ ਅੱਗੇ ਆ ਜਾਂਦਾ ਜੀ ਪ੍ਰਿੰਸੀਪਲ ਆਫ ਡੈਫੀਨੇਟ ਏਮਸ। ਠੀਕ ਹੈ ਜੀ, ਪ੍ਰਿੰਸੀਪਲ ਆਫ ਡੈਫੀਨੇਟ ਏਮਸ। ਠੀਕ ਹੈ, ਇਹਦੇ ਵਿੱਚ ਕੀ ਕਹਿੰਦਾ, ਕਹਿੰਦਾ ਦਿਸ ਪ੍ਰਿੰਸੀਪਲ ਏਮਸ ਐਟ ਏਮ ਓਰੀਐਂਟਡ ਲਰਨਿੰਗ। ਇਹ ਦੇਖੋ ਇੱਕ ਏਮ ਓਰੀਐਂਟਡ ਜਿਹੜਾ ਆ ਲਰਨਿੰਗ ਹੁੰਦੀ ਹੈ, ਜਿਹਦਾ ਮਕਸਦ ਕੀ ਹੁੰਦਾ ਕਿ ਇੱਕ ਗੋਲ ਨੂੰ ਕਿਸੇ ਨੂੰ ਅਚੀਵ ਕਰਨਾ। ਵੈਨ ਅ ਲਰਨਰ ਨੋਜ਼ ਹਰ ਏਮ ਆਫ ਲਰਨਿੰਗ ਦੈਨ ਹੀ ਸ਼ੀ ਟੇਕ ਇੰਟਰਸਟ। ਜਦੋਂ ਉਹਨੂੰ ਆਪਣਾ ਏਮ ਦਾ ਪਤਾ ਹੋਵੇ ਕਿ ਵੀ ਮੈਂ ਕੀ ਅਚੀਵ ਕਰਨਾ ਹੈ ਹਨਾ, ਤਾਂ ਉਹ ਆਟੋਮੈਟਿਕਲੀ ਜਿਹੜਾ ਇੰਟਰਸਟ ਲੈਂਦਾ ਹੈ। ਠੀਕ ਹੈ ਜੀ, ਸੋ ਜਿਹੜਾ ਇਸ ਤੋਂ ਅੱਗੇ ਹੈ ਉਹ ਹੈ ਜੀ ਪ੍ਰਿੰਸੀਪਲ ਆਫ ਇੰਡੀਵਿਜੂਅਲ ਡਿਫਰੈਂਸਿਸ। ਠੀਕ ਹੈ, तो देखो ਇਹਦਾ ਮਤਲਬ ਕੀ ਹੈ, ਇੰਡੀਵਿਜੂਅਲ ਮਤਲਬ ਦੇਖੋ ਇੰਡੀਵਿਜੂਅਲ ਡਿਫਰੈਂਸਿਸ ਮਤਲਬ ਹੁੰਦਾ ਹੈ ਕਿ ਅਸੀਂ ਦੇਖੋ ਕਿੰਨੇ ਜਣੇ ਆ ਕਲਾਸ, ਇੱਕ ਕਲਾਸ ਦੇ ਵਿੱਚ। ਠੀਕ ਹੈ, ਇੱਕ ਕਲਾਸ ਦੇ ਵਿੱਚ ਅਗਰ 30 ਸਟੂਡੈਂਟ ਨੇ ਤਾਂ ਜਿਹੜੇ 30 ਸਟੂਡੈਂਟ ਨੇ ਇਹਨਾਂ ਦੇ ਵਿੱਚ ਇੰਡੀਵਿਜੂਅਲ ਡਿਫਰੈਂਸ ਆ ਹਨਾ। ਰੇਅਰ ਚਾਂਸ ਹੁੰਦਾ ਕਿ ਕਈ ਵਾਰ ਕੋਈ ਬੱਚਾ ਸੇਮ ਹੋਵੇ, ਪਰ 30 ਦੇ 30 ਸਟੂਡੈਂਟ ਜਿਹੜੇ ਉਹ ਡਿਫਰੈਂਟ ਹੋਣਗੇ, ਉਹਨਾਂ ਦੀ ਡਿਫਰੈਂਟ ਪਰਸਨੈਲਿਟੀ ਹੋਊਗੀ, ਉਹਨਾਂ ਦੀ ਨੌਲੇਜ ਰਿਸੀਵ ਕਰਨ ਦੀ ਜਿਹੜੀ ਕਪੈਸਿਟੀ ਉਹ ਸਾਰਿਆਂ ਦੀ ਅਲੱਗ ਹੋਵੇਗੀ, ਕ੍ਰੀਏਟੀਵਿਟੀ ਲੈਵਲ ਸਾਰਿਆਂ ਦਾ ਅਲੱਗ ਹੋਵੇਗਾ। ਠੀਕ ਹੈ, ਸੋ ਇਹੀ ਇੰਡੀਵਿਜੂਅਲ ਡਿਫਰੈਂਸ ਹੁੰਦਾ। ਦੇਖੋ ਇਹ ਕਹਿੰਦਾ ਆ
The learning level of all the learners is not the same. Their learning level is determined by congen- uh, congenital congenital and environmental factors। ਠੀਕ ਹੈ, ਉਹਨਾਂ ਦੀ ਜਿਹੜੀ ਲਰਨਿੰਗ ਲੈਵਲ ਆ ਡਿਟਰਮਿਨ ਕਦੋਂ ਹੁੰਦੀ ਹੈ ਕਿ ਉਹਨਾਂ ਦੇ ਜਿਹੜੇ ਇਨਵਾਇਰਮੈਂਟਲ ਜਿਹੜੇ ਫੈਕਟਰਸ ਆ ਜਿਹੜੇ, ਠੀਕ ਹੈ। ਸਮ ਲਰਨਰਸ ਲਰਨ ਵੈਲ ਥਰੂ ਰੂਟ ਲਰਨਿੰਗ while others learn well through hands off activities। ਠੀਕ ਹੈ, some are quick at learning, ਦੇਖੋ ਕਈ ਬੱਚੇ ਬਹੁਤ ਜਲਦੀ ਸਿੱਖਦੇ ਆ, while others take ਲੌਂਗ ਟਾਈਮ, ਕਈ ਬੱਚੇ ਬਹੁਤ ਜ਼ਿਆਦਾ ਟਾਈਮ ਲੈਂਦੇ ਆ। ਤੋਂ ਇਹ ਉਹਨਾਂ ਦਾ ਇੱਕ ਇੰਡੀਵਿਜੂਅਲ ਜਿਹੜਾ ਆ, ਜਿਹੜਾ ਡਿਫਰੈਂਸ ਹੈ ਉਹਨਾਂ ਦਾ, ਠੀਕ ਹੈ, ਕਿ ਬੱਚੇ ਕੁਝ ਬੱਚੇ ਜਲਦੀ ਸਿੱਖਦੇ ਆ, ਕੁਝ ਬੱਚੇ ਲੇਟ ਸਿੱਖਦੇ ਆ। ਦਸ ਲਰਨਰਸ ਆਰ ਮਲਟੀ ਡਿਮੈਂਸ਼ਨਲ। ਠੀਕ ਹੈ, ਸੋ ਇਹਦਾ ਮਤਲਬ ਮੇਨ ਇਹੀ ਹੈ ਕਿ ਬੱਚਿਆਂ ਦੇ ਵਿੱਚ ਜਿਹੜਾ ਆ ਉਹ ਇੰਡੀਵਿਜੂਅਲ ਜਿਹੜਾ ਉਹਨਾਂ ਦੇ ਵਿੱਚ ਡਿਫਰੈਂਸਿਸ ਜਿਹੜੇ ਹੁੰਦੇ ਆ। ਦੇਖੋ ਇਹਦੇ ਵਿੱਚ ਅਗਲਾ ਆਉਂਦਾ ਆ ਪ੍ਰਿੰਸੀਪਲ ਆਫ ਰੈਪੀਟੀਸ਼ਨ। ਠੀਕ ਹੈ, ਦੇਖੋ ਇਹ ਕੀ ਕਹਿੰਦਾ ਆ, ਦਿਸ ਪ੍ਰਿੰਸੀਪਲ ਪਲੇਜ਼ ਐਨ ਇੰਪੋਰਟੈਂਟ ਰੋਲ ਇਨ ਮੇਕਿੰਗ ਦਾ ਲਰਨਿੰਗ ਪਰਮਾਨੈਂਟ। ਦੇਖੋ ਇਹਦਾ ਮੇਨ ਜਿਹੜਾ ਰੋਲ ਕੀ ਹੁੰਦਾ ਹੈ ਕਿ ਜਿਹੜਾ ਲਰਨਿੰਗ ਨੂੰ ਪਰਮਾਨੈਂਟ ਕਰਨਾ ਐਂਡ ਯੂਜ਼ਫੁਲ, ਦਿਸ ਕੀਪ ਦਾ ਲਰਨਿੰਗ ਇਨ ਟੱਚ ਵਿਦ ਲਰਨਿੰਗ। ਦੇਖੋ ਰੈਪੀਟੀਸ਼ਨ ਹੁੰਦਾ ਕਿ ਕਿਸੇ ਕੰਮ ਨੂੰ ਬਾਰ-ਬਾਰ ਕਰਨਾ। ਠੀਕ ਹੈ, ਹੁਣ ਇਹਦੇ ਵਿੱਚ ਇੱਕ ਨੈਗੇਟਿਵ ਜਿਹੜਾ ਨੈਗੇਟਿਵ ਇੱਕ ਪੁਆਇੰਟ ਜੇ ਆਪਾਂ ਉਹਨੂੰ ਕੰਸੀਡਰ ਕਰੀਏ ਕਿ ਕਈ ਵਾਰ ਜਿਵੇਂ ਕਈ ਸਕੂਲਸ ਇੱਦਾਂ ਹੁੰਦਾ ਕਿ ਅਗਰ ਕੋਈ ਬੱਚਾ ਟੈਸਟ ਨਾ ਵਧੀਆ ਕਰੇ, ਹੈ ਨਾ, ਫੇਲ ਹੋ ਜਾਵੇ, ਤਾਂ ਟੀਚਰ ਉਹਨੂੰ ਕਈ ਵਾਰ ਕੀ ਕਹਿੰਦਾ ਆ ਕਿ ਤੂੰ ਮਤਲਬ ਇਹ ਜਿਹੜਾ ਕੁਐਸਚਨ ਆ ਇਹਨੂੰ ਕੀ ਕਰਨਾ ਆ, ਇਹਨੂੰ 10 ਟਾਈਮਸ ਘਰੋਂ ਲਿਖ ਕੇ ਲੈ ਕੇ ਆਉਣਾ। ਠੀਕ ਹੈ, ਹੁਣ ਉਹ 10 ਟਾਈਮਸ ਦਾ ਮਤਲਬ ਕੀ ਹੁੰਦਾ ਆ, ਦੇਖੋ 10 ਟਾਈਮਸ ਹੁੰਦਾ ਕਿ ਜਦੋਂ ਬੱਚਾ ਇੱਕੋ ਕੁਐਸਚਨ 10 ਵਾਰੀ ਲਿਖੇਗਾ, ਉਹ ਰੈਪੀਟੀਸ਼ਨ ਕਰੇਗਾ, ਹੈ ਨਾ। ਰੈਪੀਟੀਸ਼ਨ ਜਦੋਂ ਕਰੇਗਾ ਤੇ ਨਾਲ ਉਹ ਧਿਆਨ ਵੀ ਦੇਵੇਗਾ, ਤਾਂ ਉਹ ਰੈਪੀਟੀਸ਼ਨ ਦੇ ਨਾਲ ਉਹ ਜਿਹੜਾ ਉਹ ਕੁਐਸਚਨ ਹੈ ਉਹ ਉਹਨੂੰ ਯਾਦ ਹੋ ਜਾਏਗਾ, ਮਤਲਬ ਉਹਦੀ ਪਰਮਾਨੈਂਟ ਹੋ ਜਾਏਗਾ। ਠੀਕ ਹੈ, ਜੋ ਕਿ ਉਹਦੇ ਲਈ ਹੈਲਪਫੁਲ ਹੋਵੇਗਾ। ਠੀਕ ਹੈ, ਸੋ ਵੈਸੇ ਕਈ ਵਾਰ ਇਸ ਚੀਜ਼ ਨੂੰ ਨਹੀਂ ਇੰਨਾ ਮੰਨਦੇ ਕਿਉਂਕਿ ਪਨਿਸ਼ਮੈਂਟ ਵੈਸੇ ਇੱਦਾਂ ਦੀ ਦੇ ਸਕਦੇ ਹਾਂ ਆਪਾਂ ਕਿਸੇ ਬੱਚੇ ਨੂੰ, ਪਰ ਕਈ ਵਾਰ ਇਹ ਕਿ ਬੱਚੇ ਨੂੰ ਕਈ ਵਾਰ ਬੜੀ ਕੋਈ ਮੁਸ਼ਕਲ ਵੀ ਆਉਂਦੀ ਹੈ ਨਾ, ਕਿਉਂਕਿ ਜਦੋਂ ਇਹ 10 ਟਾਈਮ ਜਦੋਂ 100 ਹੋ ਜਾਏਗਾ ਤਾਂ ਉਦੋਂ ਫਿਰ ਬੱਚਿਆਂ ਲਈ ਵੀ ਜਿਹੜਾ ਆ ਬੱਚਿਆਂ ਲਈ ਵਧੀਆ ਨਹੀਂ ਹੈਗੀ ਗੱਲ, ਹੈ ਨਾ। ਸੋ ਇਹਦਾ ਮਤਲਬ ਇਹੀ ਹੈ ਕਿ ਜਦੋਂ ਆਪਾਂ ਕਿਸੇ ਚੀਜ਼ ਨੂੰ ਦੁਬਾਰਾ ਰਿਪੀਟ ਕਰਦੇ ਹਾਂ, ਅਗਰ ਕੋਈ ਕਲਾਸ ਦੇ ਵਿੱਚ ਵੀ ਟੀਚਰ ਪੜ੍ਹਾਉਣ ਲੱਗੇ ਕੋਈ ਕਿਸੇ ਇੱਕ ਐਗਜ਼ਾਮਪਲ ਨੂੰ ਉਹ ਬਾਰ-ਬਾਰ ਰੈਪੀਟੀਸ਼ਨ ਉਹਦੀ ਕਰੇ, ਰਿਪੀਟ ਕਰੇ ਉਹਨੂੰ, ਤਾਂ ਉਹਦੇ ਨਾਲ ਬੱਚਿਆਂ ਦੇ ਦਿਮਾਗ ਦੇ ਵਿੱਚ ਉਹ ਗੱਲ ਜਿਹੜੀ ਹੈ ਪੈ ਜਾਂਦੀ। ਠੀਕ ਹੈ, ਸੋ ਇਹਦੇ ਵਿੱਚ ਜਿਹੜਾ ਲਾਸਟ ਹੈ ਉਹ ਹੈ ਜੀ ਪ੍ਰਿੰਸੀਪਲ ਆਫ ਡੈਮੋਕ੍ਰੇਟਿਕ ਵੈਲਿਊ। ਠੀਕ ਹੈ, ਡੈਮੋਕ੍ਰੇਟਿਕ ਵੈਲਿਊ ਇਹਦੇ ਵਿੱਚ ਦੇਖੋ ਕੀ ਆਂਦਾ ਆ, ਇਹਦੇ ਵਿੱਚ ਉਹ ਕਹਿੰਦਾ ਹੈ ਕਿ ਸਬਜੈਕਟ ਮੈਟਰ ਆਫ ਈਵੀਐਸ ਸ਼ੁੱਡ ਪ੍ਰਮੋਟ democratic values. It should promote social values, cooperative work, discussions, and understanding thoughts of other। ਠੀਕ ਹੈ, ਹੁਣ ਦੇਖੋ ਇਹਦੇ ਵਿੱਚ ਕੀ ਕਹਿ ਰਿਹਾ ਹੈ ਕਿ ਜਿਹੜਾ ਸਬਜੈਕਟ ਮੈਟਰ ਆਫ ਈਵੀਐਸ ਸ਼ੁੱਡ ਪ੍ਰਮੋਟ ਡੈਮੋਕ੍ਰੇਟਿਕ ਜਿਹੜੀਆਂ ਵੈਲਿਊਜ਼ ਹੁੰਦੀਆਂ ਨੇ ਉਹ ਉਹਨਾਂ ਨੂੰ ਇਹ ਪ੍ਰਮੋਟ ਕਰਦਾ। ਠੀਕ ਹੈ, ਇਟ ਸ਼ੁੱਡ ਪ੍ਰਮੋਟ ਸੋਸ਼ਲ ਵੈਲਿਊਜ਼, ਜਿਹੜੀਆਂ ਜਿਹੜਾ ਸੋਸ਼ਲ ਵੈਲਿਊਜ਼ ਉਹਨਾਂ ਨੂੰ ਵੀ ਪ੍ਰਮੋਟ ਕਰਨਾ ਚਾਹੀਦਾ ਹੈ। ਕੋਆਪਰੇਟਿਵ ਵਰਕ ਕਿ ਇਕੱਠਿਆਂ ਨੇ ਰਲ ਕੇ ਕਿਵੇਂ ਕੰਮ ਕਰਨਾ, ਡਿਸਕਸ਼ਨਸ ਕਿਵੇਂ ਕਰਨੇ, ਐਂਡ ਅੰਡਰਸਟੈਂਡਿੰਗ ਥਾਟ ਆਫ ਅਦਰ, ਕਿ ਅਸੀਂ ਦੂਸਰਿਆਂ ਦੇ ਜਿਹੜੇ ਵਿਚਾਰ ਆ ਅਸੀਂ ਉਹਨਾਂ ਨੂੰ ਕਿਵੇਂ ਸਮਝਣਾ ਆ। ਸੋ ਜਿਹੜਾ ਆ ਜਿਹੜਾ ਪ੍ਰਿੰਸੀਪਲ ਆਫ ਡੈਮੋਕ੍ਰੇਟਿਕ ਵੈਲਿਊ ਆ ਉਹਦਾ ਮੀਨਿੰਗ ਜਿਹੜਾ ਆ ਉਹ ਇਹ ਆ। ਠੀਕ ਹੈ ਜੀ, ਸੋ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਇੰਨਾ ਹੀ ਕਰਾਂਗੇ ਜਿਹਦੇ ਵਿੱਚ ਆਪਾਂ ਪ੍ਰਿੰਸੀਪਲਸ ਕੁਝ ਜਿਹੜੇ ਹੈ ਆਪਾਂ ਉਹ ਦੇਖੇ ਨੇ। ਸੋ ਜਿਹੜੀ ਨੈਕਸਟ ਵੀਡੀਓ ਆ ਉਹਦੇ ਵਿੱਚ ਆਪਾਂ ਕੀ ਕਰਾਂਗੇ, ਆਪਾਂ ਜਿਹੜੇ ਇੰਪੋਰਟੈਂਟ ਜਿਹੜੇ ਮੈਥਡਸ ਆ ਜਾਂ ਮੈਕਸਿਮਸ ਆਫ ਟੀਚਿੰਗ, ਜਿਹਦੇ ਵਿੱਚ ਆਪਾਂ ਨੋਨ ਟੂ ਅਨਨੋਨ, ਕੰਕਰੀਟ, ਸਿੰਪਲ ਟੂ ਕੰਪਲੈਕਸ, ਪਰਟੀਕੂਲਰ ਟੂ ਜਰਨਲ, ਇੰਡਕਟਿਵ ਜਿਹਨੂੰ ਆਪਾਂ ਕਹਿ ਦਿੰਦੇ ਹਾਂ, ਹੈ ਨਾ। ਸੋ ਉਹ ਸਾਰੀਆਂ ਚੀਜ਼ਾਂ ਆਪਾਂ ਇੱਕ ਵਾਰੀ ਇਹਦੇ ਵਿੱਚ ਡਿਸਕਸ ਕਰਾਂਗੇ ਤੇ ਮੈਨੂੰ ਉਮੀਦ ਹੈ ਤੁਸੀਂ ਵੀਡੀਓ ਦੇ ਅਖੀਰ ਤੱਕ ਬਣੇ ਰਹੋਗੇ, ਤੁਹਾਨੂੰ ਵੀਡੀਓ ਪਸੰਦ ਆਈ ਹੋਵੇਗੀ। ਤੁਹਾਡੇ ਸਾਰਿਆਂ ਦਾ ਧੰਨਵਾਦ। ਸਤਿ ਸ਼੍ਰੀ ਅਕਾਲ।